ਸਤਿ ਸ਼੍ਰੀ ਅਕਾਲ ਬੱਚੋ। ਅੱਜ ਆਪਾਂ ਖੇਤੀਬਾੜੀ ਜਮਾਤ 6ਵੀਂ ਦਾ ਤੀਜਾ ਪਾਠ ਫਲਾਂ ਦੀ ਵੰਡ ਦਾ ਪ੍ਰਸ਼ਨ ਉੱਤਰ ਕਰਾਂਗੇ। ਇਸ ਪਾਠ ਦੀ ਵੀਡੀਓ ਪਹਿਲਾਂ ਹੀ ਤੁਹਾਨੂੰ ਮੈਂ ਭੇਜ ਚੁੱਕਾ। ਉਮੀਦ ਹੈ ਤੁਸੀਂ ਬੜੇ ਧਿਆਨ ਨਾਲ ਸੁਣ ਲਈ ਹੋਗੀ ਅਤੇ ਫਸਲਾਂ ਦੀ ਵੰਡ ਕਿਸ ਤਰ੍ਹਾਂ ਕਰਨੀ ਹੈ ਇਸ ਬਾਰੇ ਵੀ ਸਮਝ ਲੱਗ ਗਈ ਹੋਏਗੀ। ਅੱਜ ਆਪਾਂ ਇਸ ਦਾ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ। ਪ੍ਰਸ਼ਨ ਉੱਤਰ ਕਰਨ ਤੋਂ ਪਹਿਲਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬਟਨ ਦੱਬ ਦਿਓ ਤਾਂ ਜੋ ਤੁਹਾਨੂੰ ਹਰ ਪਾਠ ਦੇ ਪ੍ਰਸ਼ਨ ਉੱਤਰ ਅਤੇ ਨਵਾਂ ਪਾਠ ਦੀ ਜਾਣਕਾਰੀ ਸਮੇਂ ਸਿਰ ਮਿਲ ਸਕੇ। ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਸੁਣਨ ਤੋਂ ਬਾਅਦ ਆਪਣੀ ਕਾਪੀਆਂ 'ਤੇ ਸਾਫ਼-ਸਾਫ਼ ਲਿਖਾਈ ਜਿਹੇ ਉਤਾਰ ਕੇ ਆਪਣੇ ਅਧਿਆਪਕ ਸਾਹਿਬਾਨ ਨੂੰ ਜ਼ਰੂਰ ਚੈੱਕ ਕਰਵਾਉਣਾ ਤਾਂ ਜੋ ਤੁਹਾਨੂੰ ਆਪਣੀ ਗਲਤੀਆਂ ਦਾ ਪਤਾ ਲੱਗ ਸਕੇ। ਜੇ ਕੋਈ ਸਮਝਣ ਦੀ ਲੋੜ ਹੈ ਤਾਂ ਆਪਣੇ ਅਧਿਆਪਕ ਕੋਲ ਸਮਝ ਵੀ ਸਕਦੇ ਹੋ। ਬੱਚੋ ਪਹਿਲੇ ਜਿਹੜੇ ਪ੍ਰਸ਼ਨ ਨੇ ਇਹਨਾਂ ਦੇ ਉੱਤਰ ਜਿਹੜੇ ਆਪਾਂ ਇੱਕ ਜਾਂ ਦੋ ਸ਼ਬਦਾਂ ਵਿੱਚ ਹੀ ਦੇਣੇ ਹਨ। ਪਹਿਲਾ ਪ੍ਰਸ਼ਨ, ਮੂਲੀ ਦੇ ਪਰਿਵਾਰਕ ਸਮੂਹ ਦੀ ਫੈਮਿਲੀ ਦਾ ਨਾਂ ਦੱਸੋ। ਮੂਲੀ ਦੇ ਪਰਿਵਾਰਕ ਸਮੂਹ ਦੀ ਫੈਮਿਲੀ ਦਾ ਨਾਮ ਸਰੋਂ ਜਾਂ ਕਰੂਸੀਫਰਾਈ ਫੈਮਿਲੀ ਹੈ। ਦੂਜਾ ਪ੍ਰਸ਼ਨ, ਦੋ ਚਾਰੇ ਵਾਲੀਆਂ ਫਸਲਾਂ ਦੇ ਨਾਂ ਦੱਸੋ। ਚਾਰੇ ਵਾਲੀਆਂ ਫਸਲਾਂ ਜਵਾਰ ਅਤੇ ਬਾਜਰਾ ਹਨ। ਫਿਰ ਦੋ ਖੰਡ ਵਾਲੀਆਂ ਫਸਲਾਂ ਦੇ ਨਾਂ ਦੱਸੋ। ਕਮਾਦ ਅਤੇ ਚੁਕੰਦਰ ਖੰਡ ਵਾਲੀ ਫਸਲਾਂ ਹਨ। ਸਾਉਣੀ ਦੀਆਂ ਦੋ ਫਸਲਾਂ ਦੇ ਨਾਂ ਲਿਖੋ। ਝੋਨਾ ਅਤੇ ਮੱਕੀ ਸਾਉਣੀ ਦੀਆਂ ਫਸਲਾਂ ਹਨ। ਹਾੜੀ ਦੀਆਂ ਦੋ ਫਸਲਾਂ ਦੇ ਨਾਂ ਦੱਸੋ। ਕਣਕ ਅਤੇ ਬਰਸੀਮ ਹਾੜੀ ਦੀਆਂ ਫਸਲਾਂ ਹਨ। ਫਿਰ ਕਿਸ ਪਰਿਵਾਰਕ ਸਮੂਹ ਦੀਆਂ ਫਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ। ਦਾਲ ਜਾਂ ਲੈਗੂਮੀਨੇਸੀ ਪਰਿਵਾਰਕ ਸਮੂਹ ਦੀਆਂ ਫਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ। ਦਾਲ ਜਾਂ ਲੈਗੂਮੀਨੇਸੀ ਦੀ ਜਿਹੜੀ ਫਸਲ ਹੈ ਉਹਨਾਂ ਦੇ ਪੌਦੇ ਜਿਹੜੇ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ। ਅਗਲਾ ਪ੍ਰਸ਼ਨ, ਕਿਸ ਪਰਿਵਾਰਕ ਸਮੂਹ ਦੀਆਂ ਫਸਲਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦਾ ਉੱਤਰ ਵੀ ਦਾਲ ਜਾਂ ਲੈਗੂਮੀਨੇਸੀ ਪਰਿਵਾਰਕ ਸਮੂਹ ਦੀ ਫਸਲਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਫਿਰ ਕਿਹੜੀ ਫਸਲਾਂ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ। ਹਰੀ ਖਾਦ ਵਾਲੀ ਫਸਲਾਂ ਜਿਵੇਂ ਸਣ ਅਤੇ ਢੈਂਚਾ ਇਹਨਾਂ ਨੂੰ ਖੇਤਾਂ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ। ਫਿਰ ਗਰਮ ਜਲਵਾਯੂ ਵਾਲੀ ਦੀਆਂ ਦੋ ਫਸਲਾਂ ਦੇ ਨਾਂ ਦੱਸੋ। ਗਰਮ ਜਲਵਾਯੂ ਵਾਲੀਆਂ ਦੋ ਫਸਲਾਂ ਕਮਾਦ ਕਪਾਹ ਝੋਨਾ ਹਨ। ਫਿਰ ਮੁੱਖ ਫਸਲਾਂ ਦੇ ਵਿਚਕਾਰ ਬਚਦੇ ਸਮੇਂ ਵਿੱਚ ਬੀਜੀਆਂ ਜਾਣ ਵਾਲੀ ਫਸਲਾਂ ਨੂੰ ਕੀ ਕਿਹਾ ਜਾਂਦਾ ਹੈ। ਮੁੱਖ ਫਸਲਾਂ ਦੇ ਵਿਚਕਾਰ ਬਚਦੇ ਸਮੇਂ 'ਚ ਬੀਜੀਆਂ ਜਾਣ ਵਾਲੀ ਫਸਲਾਂ ਨੂੰ ਸੰਕਟ ਕਾਲ ਫਸਲ ਕਿਹਾ ਜਾਂਦਾ ਹੈ। ਉਹ ਕਿਹੜੀਆਂ ਫਸਲਾਂ ਨੇ? ਉਹਨਾਂ ਦੇ ਉਦਾਹਰਨ ਤੋਰੀਆ, ਸੱਠੀ ਮੂੰਗੀ, ਸੱਠੀ ਮੱਕੀ ਆਦਿ ਹਨ। ਫਿਰ ਬੱਚੋ ਹੁਣ ਜਿਹੜੇ ਅਗਲੇ ਪ੍ਰਸ਼ਨ ਨੇ ਇਹਨਾਂ ਦੇ ਉੱਤਰ ਆਪਾਂ ਸਿਰਫ ਇੱਕ ਜਾਂ ਦੋ ਵਾਕਾਂ ਵਿੱਚ ਹੀ ਦੇਣੇ ਹਨ। ਪਹਿਲਾ, ਫਸਲ ਕਿਸ ਨੂੰ ਕਹਿੰਦੇ ਹਨ। ਕਿਸੇ ਖਾਸ ਮੰਤਵ ਲਈ ਉਗਾਇਆ ਜਾਣ ਵਾਲਾ ਪੌਦਿਆਂ ਦਾ ਸਮੂਹ। ਕਿਸੇ ਖਾਸ ਮੰਤਵ ਲਈ ਉਗਾਇਆ ਜਾਣ ਵਾਲਾ ਪੌਦਿਆਂ ਦਾ ਸਮੂਹ ਜੋ ਕਿ ਆਰਥਿਕ ਜਾਂ ਵਪਾਰਕ ਮਹੱਤਵ ਰੱਖਦਾ ਹੈ ਉਸ ਨੂੰ ਫਸਲ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਫਸਲਾਂ ਦੀ ਵੰਡ ਕਿਉਂ ਕੀਤੀ ਜਾਂਦੀ ਹੈ। ਫਸਲਾਂ ਨੂੰ ਵੱਖ-ਵੱਖ ਆਧਾਰ 'ਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਇਸ ਨਾਲ ਕੀ ਫਾਇਦਾ ਹੁੰਦਾ ਹੈ? ਇਸ ਨਾਲ ਉਹਨਾਂ ਨਾਲ ਸੰਬੰਧਿਤ ਜਾਣਕਾਰੀ, ਯੋਜਨਾਬੰਦੀ, ਪੈਦਾਵਾਰ, ਸੁਰੱਖਿਆ ਅਤੇ ਉਹਨਾਂ ਦੀ ਵਰਤੋਂ ਨੂੰ ਸੌਖਾ ਕੀਤਾ ਜਾ ਸਕਦਾ ਹੈ। ਫਿਰ ਦਾਲ ਜਾਂ ਲੈਗੂਮੀਨੇਸੀ ਪਰਿਵਾਰਕ ਸਮੂਹ ਬਾਰੇ ਦੱਸੋ। ਇਸ ਪਰਿਵਾਰਕ ਸਮੂਹ ਵਿੱਚ ਦਾਲਾਂ ਵਾਲੀਆਂ ਫਸਲਾਂ, ਇਸ ਪਰਿਵਾਰ 'ਚ ਦਾਲਾਂ ਵਾਲੀਆਂ ਫਸਲਾਂ ਕਿਹੜੀਆਂ ਹੁੰਦੀਆਂ ਨੇ? ਮੂੰਗੀ, ਅਰਹਰ, ਛੋਲੇ, ਮਾਂਹ, ਸੋਇਆਬੀਨ ਆਦਿ ਆਉਂਦੀਆਂ ਹਨ। ਇਸ ਫੈਮਿਲੀ ਦੀਆਂ ਫਸਲਾਂ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ। ਇਸ ਫੈਮਿਲੀ ਦੀਆਂ ਫਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ। ਇਹਨਾਂ ਨੂੰ ਇਸ ਲਈ ਯੂਰੀਏ ਦੀਆਂ ਛੋਟੀਆਂ ਫੈਕਟਰੀਆਂ ਵੀ ਕਿਹਾ ਜਾਂਦਾ ਹੈ। ਦਾਲ ਜਾਂ ਲੈਗੂਮੀਨੇਸੀ ਪਰਿਵਾਰਕ ਸਮੂਹ ਦੀ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਯੂਰੀਆ ਦੀ ਛੋਟੀਆਂ ਫੈਕਟਰੀਆਂ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਅੰਤਰ ਫਸਲਾਂ ਕੀ ਹੁੰਦੀਆਂ ਹਨ। ਇਹ ਉਹ ਫਸਲਾਂ ਹਨ ਜਿਨ੍ਹਾਂ ਨੂੰ ਕਿਸੇ ਮੁੱਖ ਫਸਲ ਦੀਆਂ ਕਤਾਰਾਂ ਵਿੱਚ ਖਾਲੀ ਬਚਦੀ ਜਗ੍ਹਾ ਵਿੱਚ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ।
ਜਿਹੜੇ ਮੁੱਖ ਫਸਲਾਂ ਉਹਨਾਂ ਦੀ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ, ਜਿਵੇਂ ਕਪਾਹ ਵਿੱਚ ਮੂੰਗੀ ਨੂੰ। ਅਗਲਾ ਪ੍ਰਸ਼ਨ, ਟ੍ਰੈਪ ਫਸਲਾਂ ਕੀ ਹੁੰਦੀਆਂ ਹਨ? ਇਹਨਾਂ ਫਸਲਾਂ ਦਾ ਕੰਮ ਮੁੱਖ ਫਸਲ ਨੂੰ ਕੀੜਿਆਂ ਤੋਂ ਬਚਾਉਣਾ ਹੁੰਦਾ ਹੈ। ਕੀ ਕੰਮ ਹੁੰਦਾ ਇਹਨਾਂ ਟ੍ਰੈਪ ਫਸਲਾਂ ਦਾ? ਕੀੜਿਆਂ ਫਸਲ ਨੂੰ, ਮੇਨ ਫਸਲ ਜਾਂ ਮੁੱਖ ਫਸਲ ਨੂੰ ਕੀੜਿਆਂ ਤੋਂ ਬਚਾਉਣਾ ਹੁੰਦਾ ਹੈ। ਇਹਨਾਂ ਨੂੰ ਮੁੱਖ ਫਸਲ ਵਿੱਚ ਕੀੜਿਆਂ ਨੂੰ ਆਕਰਸ਼ਿਤ ਕਰਨ ਲਈ ਬੀਜਿਆ ਜਾਂਦਾ ਹੈ, ਕਿਉਂਕਿ ਕੀੜੇ ਇਸ ਫਸਲ ਨੂੰ ਮੁੱਖ ਫਸਲ ਤੋਂ ਵੱਧ ਪਸੰਦ ਕਰਦੇ ਨੇ। ਇਹਨਾਂ ਫਸਲਾਂ ਨੂੰ ਮੰਤਵ ਪੂਰਾ ਹੋਣ 'ਤੇ ਪੁੱਟ ਦਿੱਤਾ ਜਾਂਦਾ ਹੈ। ਜਿਵੇਂ ਕਿ ਕਮਾਦ ਵਿੱਚ ਮੱਕੀ ਬੀਜੀ ਜਾ ਸਕਦੀ ਹੈ, ਉਹਨੂੰ ਟ੍ਰੈਪ ਫਸਲ ਦਾ ਨਾਮ ਦਿੱਤਾ ਜਾਂਦਾ ਹੈ ਤਾਂ ਕਿ ਉਹ ਕਮਾਦ ਨੂੰ ਕੀੜੇ ਨਾ ਲੱਗਣ ਦੇਣ। ਫਿਰ ਇੱਕ ਸਾਲੀ ਅਤੇ ਬਹੁਤ ਸਾਲੀ ਫਸਲਾਂ ਵਿੱਚ ਕੀ ਅੰਤਰ ਹੈ? ਬੱਚੋ, ਇੱਕ ਸਾਲੀ ਫਸਲਾਂ ਕਿਹੜੀਆਂ ਹੁੰਦੀਆਂ ਨੇ? ਇਹ ਫਸਲਾਂ ਇੱਕ ਸਾਲ ਵਿੱਚ ਆਪਣਾ ਜੀਵਨ ਕਾਲ ਪੂਰਾ ਕਰ ਲੈਂਦੀਆਂ ਹਨ। ਅਤੇ ਬਹੁਤ ਸਾਲੀ ਫਸਲਾਂ, ਇਹ ਫਸਲਾਂ ਇੱਕ ਵਾਰ ਉੱਗਣ ਤੋਂ ਬਾਅਦ ਕਈ ਸਾਲਾਂ ਤੱਕ ਚੱਲਦੀਆਂ ਰਹਿੰਦੀਆਂ ਹਨ। ਇੱਕ ਸਾਲੀ ਫਸਲ ਦੀ ਉਦਾਹਰਣ ਕੀ ਹੈ? ਕਣਕ ਅਤੇ ਮੱਕੀ। ਅਤੇ ਬਹੁਤ ਸਾਲੀ ਫਸਲਾਂ ਦੀ ਉਦਾਹਰਣ ਕਮਾਦ, ਨਿੰਬੂ, ਅੰਬ। ਅਗਲਾ ਪ੍ਰਸ਼ਨ, ਸੰਕਟ ਕਾਲ ਫਸਲਾਂ ਕੀ ਹੁੰਦੀਆਂ ਹਨ? ਉੱਤਰ, ਇਹ ਫਸਲਾਂ ਦੋ ਮੁੱਖ ਫਸਲਾਂ ਵਿਚਕਾਰ ਬਚਦੇ ਸਮੇਂ ਜਾਂ ਮੁੱਖ ਫਸਲ ਖਰਾਬ ਹੋ ਜਾਣ ਦੀ ਹਾਲਤ ਵਿੱਚ ਬੀਜੀਆਂ ਜਾਂਦੀਆਂ ਹਨ। ਇਹ ਬਹੁਤ ਛੇਤੀ ਵੱਧਦੀਆਂ ਹਨ, ਜਿਵੇਂ ਸੱਠੀ ਮੂੰਗੀ, ਸੱਠੀ ਮੱਕੀ, ਤੋਰੀਆ ਆਦਿ। ਅਗਲਾ ਪ੍ਰਸ਼ਨ, ਧਾਗੇ ਵਾਲੀ ਫਸਲਾਂ ਨੂੰ ਕਿਸ ਉਦਯੋਗ ਵਿੱਚ ਵਰਤਿਆ ਜਾਂਦਾ ਹੈ? ਉਦਾਹਰਣ ਸਹਿਤ ਲਿਖੋ। ਕਪਾਹ, ਸਣ ਅਤੇ ਪਟਸਨ ਅਜਿਹੀਆਂ ਫਸਲਾਂ ਹਨ ਜਿਨ੍ਹਾਂ ਤੋਂ ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਹੁੰਦਾ ਹੈ। ਇਸ ਧਾਗੇ ਨੂੰ ਕੱਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ। ਧਾਗੇ ਵਾਲੀ ਫਸਲਾਂ ਨੂੰ ਉਪਜ ਹੁੰਦੀ ਕਿੱਥੇ ਵਰਤਦੇ? ਕੱਪੜੇ ਅਤੇ ਪਟਸਨ ਉਦਯੋਗ ਵਿੱਚ। ਫਸਲਾਂ ਕਿਹੜੀਆਂ ਹੁੰਦੀਆਂ ਨੇ ਜਿਹਨਾਂ ਤੋਂ ਧਾਗਾ ਪ੍ਰਾਪਤ ਹੁੰਦਾ ਹੈ? ਕਪਾਹ, ਸਣ ਅਤੇ ਪਟਸਨ। ਅਗਲਾ ਪ੍ਰਸ਼ਨ, ਬੰਨੇ 'ਤੇ ਬੀਜਣ ਲਈ ਕਿਹੜੀਆਂ ਫਸਲਾਂ ਢੁਕਵੀਆਂ ਹੁੰਦੀਆਂ ਹਨ? ਇਹ ਫਸਲਾਂ ਮੁੱਖ ਫਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ ਬਚਾਉਂਦੀਆਂ ਹਨ ਅਤੇ ਇਹਨਾਂ ਤੋਂ ਕੁਝ ਵਾਧੂ ਆਮਦਨ ਵੀ ਹੋ ਜਾਂਦੀ ਹੈ। ਇਹਨਾਂ ਨੂੰ ਖੇਤ ਦੇ ਚਾਰੋਂ ਪਾਸੇ ਬੰਨਿਆਂ 'ਤੇ ਲਾਇਆ ਜਾਂਦਾ ਹੈ। ਕਿਹੜੀਆਂ ਫਸਲਾਂ ਆਪਾਂ ਲਾ ਸਕਦੇ ਹਾਂ? ਹਰ ਜੰਤਰ ਆਦਿ, ਤਾਂ ਕਿ ਇਹਨਾਂ ਦੇ ਜਿਹੜਾ ਇੱਕ ਹਿਸਾਬ ਦਾ ਵਾੜਾ ਬਣ ਜਾਂਦਾ ਅਤੇ ਹਨੇਰੀ ਜਾਂ ਪਸ਼ੂਆਂ ਤੋਂ ਮੁੱਖ ਫਸਲ ਨੂੰ ਬਚਾ ਕੇ ਰੱਖਦੀਆਂ ਹਨ। ਅਗਲਾ ਪ੍ਰਸ਼ਨ, ਗਰਮ ਅਤੇ ਠੰਡੇ ਜਲਵਾਯੂ ਦੀਆਂ ਫਸਲਾਂ ਦੇ ਉਦਾਹਰਣ ਦਿਓ। ਸਭ ਤੋਂ ਪਹਿਲਾਂ ਗਰਮ ਜਲਵਾਯੂ ਦੀਆਂ ਫਸਲਾਂ ਕਿਹੜੀਆਂ ਨੇ? ਕਮਾਦ, ਕਪਾਹ ਅਤੇ ਝੋਨਾ। ਅਤੇ ਠੰਡੇ ਜਲਵਾਯੂ ਦੀ ਕਿਹੜੀਆਂ ਫਸਲਾਂ? ਕਣਕ, ਜੌਂ ਆਦਿ। ਫਿਰ ਬੱਚੋ, ਹੁਣ ਜਿਹੜੇ ਪ੍ਰਸ਼ਨ ਨੇ ਇਹਨਾਂ ਦੇ ਉੱਤਰ 5 ਜਾਂ 6 ਵਾਕਾਂ ਵਿੱਚ ਦੇਣੇ ਹਨ। ਇਹ 5 ਨੰਬਰ ਦਾ ਕੁਐਸਚਨ ਆਉਂਦਾ ਹੈ, ਇਸ ਕਰਕੇ ਇਹਨਾਂ ਨੂੰ ਧਿਆਨ ਨਾਲ ਸੁਣਨਾ ਅਤੇ ਯਾਦ ਕਰਨਾ ਨਾਲ ਇਹਨਾਂ ਨੂੰ। ਪਹਿਲਾ ਪ੍ਰਸ਼ਨ, ਦਾਲ ਜਾਂ ਲੈਗੂਮੀਨੇਸੀ ਪਰਿਵਾਰਕ ਸਮੂਹ ਬਾਰੇ ਵਿਸਤਾਰ ਨਾਲ ਦੱਸੋ। ਇਸ ਪਰਿਵਾਰਕ ਸਮੂਹ ਵਿੱਚ ਦਾਲਾਂ ਵਾਲੀਆਂ ਫਸਲਾਂ ਜਿਵੇਂ ਮਾਂਹ, ਮੂੰਗੀ, ਛੋਲੇ, ਸੋਇਆਬੀਨ, ਹਰਹਰ ਆਦਿ ਆਉਂਦੀਆਂ ਹਨ। ਇਸ ਪਰਿਵਾਰਕ ਸਮੂਹ ਦੀਆਂ ਫਸਲਾਂ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿੱਚ ਜਮ੍ਹਾਂ ਕਰ ਲੈਂਦੀਆਂ ਹਨ। ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀ ਵੀ ਕਿਹਾ ਜਾਂਦਾ ਹੈ। ਇਹਨਾਂ ਫਸਲਾਂ ਦੇ ਦਾਣਿਆਂ ਵਿੱਚ ਖੁਰਾਕੀ ਤੱਤ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ। ਦਾਲਾਂ ਵਾਲੀ ਪਰਿਵਾਰਕ ਸਮੂਹ ਦੀ ਫਸਲਾਂ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਬਾਕੀ ਫਸਲਾਂ ਨਾਲੋਂ। ਫਿਰ ਹਰੀ ਖਾਦ ਵਾਲੀ ਫਸਲਾਂ ਦੇ ਨੋਟ ਲਿਖੋ। ਇਹ ਫਲੀਦਾਰ ਪੌਦਿਆਂ ਦੀ ਫਸਲ ਹੁੰਦੀ ਹੈ ਜੋ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੀ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਸਹਾਇਕ ਹੈ। ਇਹ ਫਸਲ ਜਦੋਂ ਹਰੀ ਹੁੰਦੀ ਹੈ, ਇਸ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ। ਉਦਾਹਰਨਾਂ ਕੀ ਹਰੀ ਖਾਦ ਵਾਲੀ ਫਸਲਾਂ ਦੇ? ਸਣ, ਜੰਤਰ, ਢਾਂਚਾ ਆਦਿ। ਅਗਲਾ ਪ੍ਰਸ਼ਨ, ਪਸ਼ੂਆਂ ਲਈ ਅਚਾਰ ਵਾਸਤੇ ਕਿਹੜੀਆਂ ਫਸਲਾਂ ਢੁਕਵੀਆਂ ਹੁੰਦੀਆਂ ਹਨ ਅਤੇ ਕਿਉਂ ਢੁਕਵੀਆਂ ਨੇ? ਇਹ ਫਸਲਾਂ ਹਨ ਮੱਕੀ, ਜਵੀ, ਜਵਾਰ ਆਦਿ। ਇਹ ਫਸਲਾਂ ਪਸ਼ੂਆਂ ਲਈ ਚਾਰੇ ਤੋਂ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਇਸ ਅਚਾਰ ਨੂੰ ਹਰੇ ਚਾਰੇ ਦੀ ਥੁੜ੍ਹ ਵਾਲੇ ਦਿਨਾਂ ਵਿੱਚ ਵਰਤਿਆ ਜਾਂਦਾ ਹੈ। ਇਹਨਾਂ ਫਸਲਾਂ ਵਿੱਚ ਨਮੀ ਘੱਟ ਅਤੇ ਸੁੱਕਾ ਮਾਦਾ ਵਧੇਰੇ ਹੁੰਦਾ ਹੈ। ਫਿਰ ਬਰਾਨੀ ਫਸਲਾਂ ਕੀ ਹੁੰਦੀਆਂ ਹਨ?
इन्हां फसलों के सिंचाई लई कोई प्रबंध नहीं किए जाते जा सकते, कोई भी सिंचाई का प्रबंध नहीं किया जा सकता, इदां दे इलाके च हुंदे ने कई, इसलिए ये फसलां सिर्फ मीह के पानी के सहारे ही उगाई जांदियां हन अते मीह का पैना निश्चित नहीं हुंदा है। तुहानूं मौसम बारे पता ही है, अनिश्चितता हमेशा रहिंदी है मौसम च। ये फसलां राजस्थान च होने वालियां फसलां बरानी फसलां ही हुंदियां हन, क्योंकि उत्थे पानी की घाट हुंदी है तो सिर्फ मीह उत्ते ही निर्भर हुंदियां हन उत्थों दी फसलां। फिर रुत्तां अनुसार फसलों की वंड बारे दसो। जो रुत्तां अनुसार वंड किस तरह करांगे, सब तो पहला सावणी दी फसलां, ये फसल जून जुलाई जां कह लो मानसून के आउण ते बीजियां जांदियां हन। किहड़े महीने च बीजियां जांदियां ने, जो मानसून आउंदे ने, वो महीने किहड़े ने, जून जुलाई जिहड़े, ते इन्हां नूं अक्तूबर नवंबर विच कट लिया जाता है। सावणी की फसलों की उदाहरणां की हैं, झोना, मक्की, जवाहर, बासमती, कपाह, गन्ना, बाजरा, अरहर, मूंगफली आदि। बच्चों आ सारिया फसलां मानसून मतलब जून जुलाई के विच बीजियां जांदियां हन ते अक्तूबर नवंबर च कट लईयां जांदियां हन। इन्हां नूं सावणी दी फसलां कहा जाता है। दूजा रुੱਤ के अनुसार हाड़ी दी फसलां, ये फसलां अक्तूबर नवंबर में बीजियां जांदियां हन ते इन्हां नूं मार्च अप्रैल में कट लिया जाता है। हाड़ी दी फसलों की उदाहरणां की हैं, कणक, जौ, जवी, बरसीम, लुसन, छोले, मसर, सरों, तोरिया, तारामीरा, सूरजमुखी अते अलसी आदि हैं। ये सारिया फसलां कणक के वेले अक्तूबर नवंबर जो मौसम थोड़ा ठंडा होने लगता उदों बीजियां जांदियां हन। इन्हां नूं हाड़ी दी फसलां कहा जाता है। बच्चों ये सन तुहाडे तीजे पाठ के प्रश्न उत्तर। इनू ध्यान नाल सुन लेना, 2-3 बार दुहराई करना पाठ की सुनन च लगे, तां जो तुहानूं लिखण च कोई मुश्किल ना आए तो नाल इनू वीडियो नूं सुन के कापियां च उतारना। इस चैनल में जरूर सबसक्राइब करो बच्चों, तो नोटिफिकेशन का बटन दबा देना तां जो तुहानूं हर नवे पाठ जां नवे पाठ के प्रश्न उत्तरां की वीडियो तुहानूं समय सिर पहुँच सके। धन्यवाद।